ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ 10 ਨੰਬਰ ਦੇ ਆਬਜੈਕਟਿਵ ਟਾਈਪ ਕੁਐਸਚਨਸ ਸਾਡੇ ਪੇਪਰ ਵਿੱਚ ਆਉਣੇ ਹਨ। ਉਸ ਦੇ ਸੰਬੰਧ ਵਿੱਚ ਜਿੰਨੇ ਵੀ ਪਾਠ ਅਤੇ ਪੋਇਮਸ ਸਾਡੇ ਇਸ ਸਾਲ ਦੇ ਸਿਲੇਬਸ ਵਿੱਚ ਹਨ, ਉਹਨਾਂ ਦੇ ਇੰਪੋਰਟੈਂਟ ਕੁਐਸਚਨ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਇਸ ਵੀਡੀਓ ਲੈਕਚਰ ਦੇ ਵਿੱਚ। ਪਹਿਲਾ ਲੈਸਨ ਹੈ ਹੈਪੀ ਪ੍ਰਿੰਸ। The drops were coming from the dash of happy prince। ਤਾਂ ਬੱਚਿਓ ਇਹਦੇ ਵਿੱਚ ਤੁਹਾਨੂੰ ਥੱਲੇ ਆਪਸ਼ਨ ਵੀ 4 ਦਿੱਤੇ ਜਾ ਸਕਦੇ ਆ ਜਾਂ ਬਲੈਂਕ ਇੱਦਾਂ ਵੀ ਛੱਡੀ ਜਾ ਸਕਦੀ ਹੈ, ਅਤੇ ਤੁਸੀਂ ਇਹਦੇ ਵਿੱਚ ਕੀ ਭਰਨਾ, ਆਈਜ਼, ਕਿਉਂਕਿ ਜਿਹੜੇ ਡ੍ਰੌਪਸ ਸੀਗੇ, ਜਿਹੜੇ ਟੀਅਰਸ ਦੇ ਡ੍ਰੌਪ ਸੀਗੇ, ਉਹ ਹੈਪੀ ਪ੍ਰਿੰਸ ਦੀਆਂ ਅੱਖਾਂ ਵਿੱਚੋਂ ਡਿੱਗ ਰਹੇ ਸੀ, ਕਿਉਂਕਿ ਉਹ ਟਾਊਨ ਦੀਆਂ ਦੁੱਖ ਤਕਲੀਫਾਂ ਦੇਖ ਕੇ ਰੋ ਰਿਹਾ ਸੀ, ਕਰ ਨਹੀਂ ਕੁਝ ਸਕਦਾ। The son of seamstress was crying because he wanted to go to Egypt। ਸੀਮਸਟਰੈਸ ਦਾ ਜਿਹੜਾ ਬੇਟਾ ਆ ਉਹ ਰੋ ਰਿਹਾ ਸੀ ਕਿਉਂਕਿ ਉਹ ਇਜਿਪਟ ਜਾਣਾ ਚਾਹੁੰਦਾ ਸੀ। ਟਰੂ ਅਤੇ ਫਾਲਸ ਦੇ ਵਿੱਚੋਂ ਇਹਦਾ ਆਪਸ਼ਨ ਆਪਾਂ ਦੇਖਣਾ ਸੀ। ਇਹ ਫਾਲਸ ਹੈ ਕਿਉਂਕਿ ਉਹ ਰੋ ਰਿਹਾ ਸੀ, ਉਹਨੂੰ ਬੁਖਾਰ ਸੀ ਅਤੇ ਔਰੇਂਜਿਸ ਮੰਗ ਰਿਹਾ ਸੀ। ਇਜਿਪਟ ਕੌਣ ਜਾਣਾ ਚਾਹੁੰਦਾ ਸੀ? ਸਵੈਲੋ ਜਾਣਾ ਚਾਹੁੰਦਾ ਸੀ। The poor seamstress was given the ruby by the swallow। ਥੱਲੇ ਦੇਖੋ 4 ਆਪਸ਼ਨ ਦਿੱਤੇ ਹੋਣਗੇ ਤੁਹਾਡੇ ਕੋਲ ਪੇਪਰ ਦੇ ਵਿੱਚ, ਅਤੇ ਬਲੈਂਕ ਦੇ ਵਿੱਚ ਅਸੀਂ ਵਿੱਚੋਂ ਸਹੀ ਆਪਸ਼ਨ ਭਰਨੀ, ਅਤੇ ਸਹੀ ਆਪਸ਼ਨ ਆ ਰੂਬੀ। Who ordered to pull down the statue of Happy Prince। ਹੈਪੀ ਪ੍ਰਿੰਸ ਦੇ ਸਟੈਚੂ ਨੂੰ, ਬੁੱਤ ਨੂੰ ਕਿਸ ਨੇ ਆਰਡਰ ਦਿੱਤਾ, ਹੁਕਮ ਦਿੱਤਾ ਵੀ ਇਹਨੂੰ ਹੁਣ ਇੱਥੋਂ ਹਟਾ ਦਿੱਤਾ ਜਾਵੇ? ਤਾਂ ਆਪਸ਼ਨ ਹੈਗੇ ਮੇਅਰ, ਸਵੈਲੋ, ਸੀਮਸਟਰੈਸ, ਪਲੇ ਰਾਈਟ। ਤਾਂ ਮੇਅਰ ਨੇ ਆਰਡਰ ਦਿੱਤਾ ਸੀ ਕਿਉਂਕਿ ਉਹ ਜੋ ਉਹਦੇ ਉੱਤੇ ਗੋਲਡ ਸੀ, ਰੂਬੀ ਸੀ, ਸਫਾਇਰ ਸੀ, ਸਾਰੇ ਉਹ ਉਤਰ ਚੁੱਕੇ ਸੀ ਅਤੇ ਦੇਖਣ ਵਿੱਚ ਉਹ ਭੱਦਾ ਲੱਗ ਰਿਹਾ ਸੀ। ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹਨੂੰ ਹੁਣ ਇੱਥੋਂ ਹਟਾ ਦਿੱਤਾ ਜਾਵੇ। The statue of Happy Prince was decorated with diamonds। ਡਾਇਮੰਡਸ ਦੀ ਗੱਲ ਪੂਰੇ ਲੈਸਨ 'ਚ ਨਹੀਂ ਹੁੰਦੀ ਕਿਤੇ ਵੀ, ਇਸ ਕਰਕੇ ਇਹ ਆਨਸਰ ਸਾਡਾ ਫਾਲਸ ਆ, ਗਲਤ ਆ। Who was sent to bring the 2 most precious things from the city। ਕਿਸ ਨੂੰ ਭੇਜਿਆ ਗਿਆ ਸ਼ਹਿਰ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਨੂੰ ਲੈਣ ਵਾਸਤੇ? ਮੇਅਰ, ਗੋਡ, ਐਂਜਲ, ਮੈਚ ਗਰਲ। ਤਾਂ ਪਰਮਾਤਮਾ ਨੇ ਭੇਜਿਆ ਸੀ ਵੀ ਇਸ ਸ਼ਹਿਰ ਤੋਂ ਸਭ ਤੋਂ ਜੋ ਵਧੀਆ ਕੀਮਤੀ ਚੀਜ਼ਾਂ ਆ ਉਹ ਤੁਸੀਂ ਲੈ ਕੇ ਆਓ, ਅਤੇ ਐਂਜਲ ਨੂੰ ਭੇਜਿਆ ਗਿਆ ਸੀ। The man in the garret was writing a play। ਬਲੈਂਕ ਸੀ, ਉੱਥੇ ਬਲੈਂਕ ਦੇ ਵਿੱਚ ਆਪਾਂ ਆਪਸ਼ਨ ਭਰਨਾ ਸੀ, ਤਾਂ ਪਲੇ ਹੈ ਕਿਉਂਕਿ ਜੋ ਆਦਮੀ ਸੀਗਾ ਉਹ ਉਸ ਚੁਬਾਰੇ ਦੇ ਵਿੱਚ ਉਹ ਕੀ ਲਿਖ ਰਿਹਾ ਸੀ? ਇੱਕ ਨਾਟਕ ਲਿਖ ਰਿਹਾ ਸੀ, ਉਹਨੂੰ ਨਾਟਕ ਲਿਖਣ ਦਾ ਕੰਮ ਮਿਲਿਆ ਸੀਗਾ, ਬਟ ਠੰਡ ਸੀ, ਉਹਦੇ ਕੋਲ ਲਿਖਿਆ ਨਹੀਂ ਜਾ ਰਿਹਾ ਸੀ। ਸੋ ਇਹ ਸੀ ਫਸਟ ਲੈਸਨ। ਨੈਕਸਟ ਹੈ ਵੇਅਰ ਇਜ਼ ਸਾਇੰਸ ਟੇਕਿੰਗ ਅਸ। ਮਾਡਰਨ ਡਰੱਗਸ ਹੈਵ ਡਿਕਰੀਜ਼ ਦ ਐਵਰੇਜ ਸਪੈਨ ਆਫ ਲਾਈਫ ਆਫ ਹਿਊਮਨ ਬੀਇੰਗ। ਆਧੁਨਿਕ ਦਵਾਈਆਂ ਦੀ ਖੋਜ ਨੇ ਇਨਸਾਨ ਦੇ ਜੀਵਨ ਨੂੰ, ਉਸ ਨੂੰ ਘਟਾ ਦਿੱਤਾ ਆ। ਇਹ ਫਾਲਸ ਹੈ ਕਿਉਂਕਿ ਦਵਾਈਆਂ ਦੇ ਨਾਲ ਇਨਸਾਨ ਦੀ ਐਵਰੇਜ ਔਸਤ ਉਮਰ ਜਿਹੜੀ ਆ ਉਹ ਵੱਧ ਗਈ। ਮਸ਼ੀਨਸ ਗਿਵਸ ਅਸ ਮੋਰ ਐਂਡ ਮੋਰ ਆਰਸ ਆਫ ਲੇਅਰ। ਲੇਅਰ ਹੁੰਦਾ ਆਰਾਮ। ਇਹ ਬਲੈਂਕ ਭਰਨੀ ਸੀ ਕਿਉਂਕਿ ਮਸ਼ੀਨਾਂ ਦੇ ਆਉਣ ਦੇ ਨਾਲ ਸਾਨੂੰ ਜ਼ਿਆਦਾ ਆਰਾਮ ਮਿਲ ਰਿਹਾ ਹੈ। ਸਾਰਾ ਕੰਮ ਮਸ਼ੀਨਾਂ ਕਰਨ ਲੱਗ ਪਈਆਂ, ਅਸੀਂ ਵਿਹਲੇ ਹੋ ਗਏ ਹਾਂ। ਨੇਮ 2 ਨੋਨ ਮਟੀਰੀਅਲ ਥਿੰਗਸ ਮੈਨਸ਼ਨਡ ਇਨ ਦਾ ਲੈਸਨ। ਲੈਸਨ ਦੇ ਵਿੱਚ ਮਟੀਰੀਅਲ ਅਤੇ ਨੋਨ ਮਟੀਰੀਅਲ ਥਿੰਗ ਦੀ ਗੱਲ ਕੀਤੀ ਗਈ ਹੈ। ਤਾਂ ਨੋਨ ਮਟੀਰੀਅਲ ਥਿੰਗ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ 2 ਚੀਜ਼ਾਂ ਦੇ ਨਾਂ ਦੱਸੋ, ਤਾਂ ਵਿੱਚ ਆਪਾਂ ਦੱਸਦੇ ਹਾਂ ਮਰਸੀ ਐਂਡ ਚੈਰਿਟੀ। ਹੋਰ ਵੀ ਬਹੁਤ ਸੀ, ਅੰਡਰਸਟੈਂਡਿੰਗ, ਟੋਲਰੈਂਸ, ਫੋਰਬੀਅਰੈਂਸ, ਕਈ ਸੀ, ਪਰ ਜੋ ਸਾਨੂੰ ਆਪਸ਼ਨ ਦਿੱਤੇ ਹੋਣਗੇ, ਜੇ ਸਾਨੂੰ ਆਪਸ਼ਨ ਨਹੀਂ ਹੈਗੀ ਤਾਂ ਅਸੀਂ ਆਪਣੇ ਕੋਲੋਂ ਕੋਈ ਵੀ 2 ਆਪਸ਼ਨ ਲਿਖ ਸਕਦੇ ਹਾਂ। ਨੈਕਸਟ ਹੈ ਅਕੋਰਡਿੰਗ ਟੂ ਦਾ ਰਾਈਟਰ ਸਾਇੰਸ ਇਜ਼ ਡੂਇੰਗ ਲੈਸ ਦੈਨ ਨਥਿੰਗ ਫਾਰ ਮਟੀਰੀਅਲ ਥਿੰਗਸ। ਰਾਈਟਰ ਨੇ ਲਿਖਿਆ ਵੀ ਸਾਇੰਸ ਮਟੀਰੀਅਲ ਥਿੰਗਸ ਦੇ ਵਿੱਚ ਬਹੁਤ ਘੱਟ ਕਰ ਰਹੀ ਹੈ। ਨਹੀਂ, ਜਦ ਕਿ ਇਹ ਲਿਖਿਆ ਸੀ ਉਹਨਾਂ ਨੇ ਨੋਨ ਮਟੀਰੀਅਲ ਥਿੰਗਸ ਦੇ ਵਿੱਚ। ਮਟੀਰੀਅਲ ਥਿੰਗਸ ਦੇ ਵਿੱਚ ਤਾਂ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ, ਤਾਂ ਸਾਡਾ ਇਹ ਆਨਸਰ ਫਾਲਸ ਆਏਗਾ। ਵਿਚ ਏਜ ਗਰੁੱਪ ਇਜ਼ ਓਵਰ ਕਰਾਊਡਡ ਟੂਡੇ। ਕਿਹੜਾ ਉਮਰ ਦਾ ਗਰੁੱਪ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਆ, ਜਿੱਥੇ ਜ਼ਿਆਦਾ ਭੀੜ ਹੋ ਰਹੀ ਆ, ਤਾਂ ਕਿਹੜਾ ਆ? ਅਪਰ ਏਜ ਗਰੁੱਪ, ਯਾਨੀ ਜਿਹੜੇ ਓਲਡ ਏਜ ਹੈਗੇ ਆ।
ਉਹਨਾਂ ਦੀ ਗਿਣਤੀ ਵੱਧ ਰਹੀ। ਕਿਉਂ ਵੱਧ ਰਹੀ? ਕਿਉਂਕਿ ਮਾਡਰਨ ਡਰੱਗਸ ਨੇ ਉਹਨਾਂ ਦਾ ਲਾਈਫ ਸਪੈਨ ਜਿਹੜਾ ਉਹਨਾਂ ਦੀ ਔਸਤ ਉਮਰ ਜਿਹੜੀ ਆ ਉਹ ਵਧਾ ਦਿੱਤੀ ਹੈ। ਸਾਇੰਸ ਹੈਜ਼ ਹੈਲਪਡ ਮੈਨ ਟੂ ਲਿਵ ਲੌਂਗਰ। ਸਾਇੰਸ ਨੇ ਇਨਸਾਨ ਨੂੰ ਮਦਦ ਕੀਤੀ ਹੈ ਲੰਬਾ ਜੀਵਨ ਜੀਣ ਦੇ ਲਈ। ਤਾਂ ਬਲੈਂਕ ਸੀਗੀ, ਬਲੈਂਕ ਆਪਾਂ ਭਰੀਏ ਲੌਂਗਰ। 4 ਆਪਸ਼ਨ ਸੀ, 4 ਚੋਂ ਇੱਕ ਆਪਸ਼ਨ ਅਸੀਂ ਭਰਤਾ। ਨੈਕਸਟ ਲੈਸਨ ਹੈ ਸੀਕ੍ਰੇਟ ਆਫ ਹੈਪੀਨੈਸ। ਵਿਚ ਇਲਿਸਟ੍ਰੇਸ਼ਨ ਵਾਜ ਯੂਜ਼ਡ ਬਾय ਦ ਪ੍ਰੋਫੈਸਰ ਆਫ ਸਾਈਕੋਲੋਜੀ। ਕਿਹੜੀ ਉਦਾਹਰਨ ਦਿੱਤੀ ਸੀ ਉਹਨਾਂ ਨੇ? ਬਰਨਿੰਗ ਗਲਾਸ ਦੀ। ਬਰਨਿੰਗ ਗਲਾਸ ਕੀ ਹੁੰਦਾ? ਜਿਹਨੂੰ ਆਪਾਂ ਲੈਂਸ ਕਹਿ ਦਿੰਦੇ ਨਾ। ਉਹਨੇ ਕਿਹਾ ਸੀ ਵੀ ਜਦੋਂ ਵੀ ਜਿੰਨੀਆਂ ਵੀ ਪਾਵਰਸ ਹੈ, ਜੇਕਰ ਆਪਾਂ ਨੂੰ ਇੱਕ ਥਾਂ 'ਤੇ ਫੋਕਸ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਰਾ ਐਨਰਜੀ ਡਿਵੈਲਪ ਹੁੰਦੀ ਆ। ਹੂ ਡਿਕਲੇਅਰ ਟੂ ਗਿਵ ਸਮਨ ਅਗੇਂਸਟ ਫੀਅਰ। ਕਿੰਨੇ ਡਰ ਦੇ ਵਿਰੁੱਧ ਜਿਹੜਾ ਆ ਸਰਮਨ ਦਿੱਤਾ ਸੀ, ਯਾਨੀ ਲੈਕਚਰ ਦਿੱਤਾ ਸੀ, ਤਾਂ ਕੌਣ ਸੀ? ਗਿਲਬਰਟਨ ਚੈਸਟਰਟਨ। ਡੈਸ਼ ਵੈਲਿਊਜ਼ ਆਰ ਨੀਡਡ ਇਨ ਦਾ ਵਰਲਡ ਟੂਡੇ। ਬਲੈਂਕ ਅਸੀਂ ਭਰਨੀ ਆ। ਤਾਂ ਮੋਰਲ ਵੈਲਿਊਜ਼, ਨੈਤਿਕ ਕਦਰਾਂ ਕੀਮਤਾਂ ਦੀ ਇਸ ਸੰਸਾਰ ਨੂੰ ਜ਼ਿਆਦਾ ਲੋੜ ਹੈ। ਦ ਆਥਰ ਫਾਊਂਡ ਐਨ ਐਲੀਫੈਂਟ ਵੈਨ ਹੀ ਫਲੰਗ ਓਪਨ ਦਾ ਡੋਰ। ਬਾਹਰੋਂ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਸੀ, ਤਾਂ ਆਥਰ ਜਿਹਨੇ ਲੈਸਨ ਲਿਖਿਆ ਆ ਉਹਨੂੰ ਡਰ ਲੱਗ ਰਿਹਾ ਸੀ। ਉਹਨੂੰ ਐਂ ਲੱਗ ਰਿਹਾ ਸੀ ਬਾਹਰ ਪਤਾ ਨਹੀਂ ਚੋਰ ਡਾਕੂ ਲੁਟੇਰੇ ਆ ਗਏ ਆ। ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਕੀ ਆ, ਉੱਥੋਂ ਇੱਕ ਐਲੀਫੈਂਟ ਜਿਹੜਾ ਆ ਉਹਨੂੰ ਮਿਲਿਆ। ਤਾਂ ਐਲੀਫੈਂਟ ਨਹੀਂ ਸੀ, ਇਸ ਕਰਕੇ ਆਨਸਰ ਸਾਡਾ ਹੈਗਾ ਫਾਲਸ। ਵੀ ਸ਼ੁੱਡ ਹੈਵ ਫੇਥ ਦੈਟ ਗੋਡ ਇਜ਼ ਆਲਵੇਜ਼ ਵਿਦ ਅਸ। ਬਲੈਂਕ ਸੀ। ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਵੀ ਪਰਮਾਤਮਾ ਹਮੇਸ਼ਾ ਸਾਡੇ ਨਾਲ ਆ। ਡੈਸ਼ ਇਨ ਦਾ ਫੇਥ ਗਿਵਸ ਅਸ ਰੀਅਲ ਪੀਸ ਆਫ ਮਾਈਂਡ। ਆਪਸ਼ਨ ਹੈ ਫੇਥ, ਵਿਸ਼ਵਾਸ। ਪਰਮਾਤਮਾ ਦਾ ਵਿਸ਼ਵਾਸ ਜੇ ਹੋਊਗਾ ਸਾਨੂੰ ਤਾਂ ਜ਼ਿੰਦਗੀ ਦੇ ਵਿੱਚ ਸਾਨੂੰ ਸ਼ਾਂਤੀ ਮਿਲੇਗੀ। ਗਿਫਟ ਫਾਰ ਕ੍ਰਿਸਮਸ ਲੈਸਨ ਦੇ ਅੱਗੇ ਆਬਜੈਕਟਿਵ ਟਾਈਪ ਕੁਐਸਚਨ ਨੇ। ਦ ਸਾਈਨ ਆਫ ਰਿਚਨੈਸ, ਰਿਚਨੈਸ ਅਮੀਰੀ, ਵਰ ਐਵਰੀਵੇਅਰ ਇਨ ਦੇਅਰ ਹਾਊਸ। ਤਾਂ ਕਾਹਦੇ ਸਾਈਨ ਸੀਗੇ? ਅਮੀਰੀ ਦੇ ਨਹੀਂ ਸੀ, ਪੂਅਰ, ਗਰੀਬੀ ਦੇ ਸੀ, ਪਾਵਰਟੀ। ਤਾਂ ਇਹ ਫਾਲਸ ਆ। ਵਟ ਡਿਡ ਡੈਲਾ ਬਾਏ ਫਾਰ ਜਿਮ ਐਜ਼ ਏ ਕ੍ਰਿਸਮਸ ਗਿਫਟ। ਕ੍ਰਿਸਮਸ ਗਿਫਟ ਦੇ ਤੌਰ 'ਤੇ ਉਹਨੇ ਜਿਮ ਲਈ ਕੀ ਖਰੀਦਿਆ? ਜੀਨਸ, ਸੈਟ ਆਫ ਟਰਮਸ, ਵਾਚ, ਵਾਚ ਚੇਨ। ਉਹਨੂੰ ਵਾਚ ਚੇਨ ਖਰੀਦੀ ਹੈ। ਦ ਪ੍ਰਾਊਡ ਪੋਜੈਸ਼ਨ ਆਫ ਜਿਮ ਵਾਸ ਹਿਜ਼ ਗੋਲਡ ਵਾਚ। ਬਲੈਂਕ ਸੀ। ਉਹਦੇ ਕੋਲ ਇੱਕ ਜਿਹੜਾ ਪ੍ਰਾਊਡ ਪੋਜੈਸ਼ਨ ਸੀ, ਜਿਹੜਾ ਮਤਲਬ ਕਿ ਉਹਨੂੰ ਜਿਸ 'ਤੇ ਉਹਨੂੰ ਗਰਵ ਹੁੰਦਾ ਸੀ, ਕਿਉਂਕਿ ਉਹਦੇ ਦਾਦੇ ਨੇ ਉਹਦੇ ਪਿਤਾ ਨੂੰ ਦਿੱਤੀ ਸੀ, ਉਹਦੇ ਪਿਤਾ ਨੇ ਉਹਨੂੰ ਦਿੱਤੀ ਸੀ। ਉਹਨਾਂ ਦੀ ਖਾਨਦਾਨੀ ਘੜੀ ਸੀ। ਹੂ ਡਿਡ ਨਾਟ ਹੈਵ ਅਨਫ ਮਨੀ ਟੂ ਬਾਏ ਏ ਕ੍ਰਿਸਮਸ ਪ੍ਰੈਜੈਂਟ। ਕਿਹਦੇ ਕੋਲ ਪੈਸੇ ਨਹੀਂ ਸੀ? ਜਿਮ ਕੋ, ਡੈਲਾ ਕੋ, ਜਾਂ ਦੋਵਾਂ ਕੋ? ਦੋਵਾਂ ਕੋ ਹੀ ਪੈਸੇ ਨਹੀਂ ਸੀ। ਡੈਲਾ ਸੋਲਡ ਹਰ ਹੇਅਰ ਫਾਰ ਡੈਸ਼ ਡਾਲਰਸ। ਕਿੰਨੇ ਡਾਲਰ 'ਚ ਵੇਚਿਆ ਉਹਨੇ? $20 ਦੇ ਵਿੱਚ। ਬਲੈਂਕ ਅਸੀਂ ਭਰਨੀ ਸੀ। ਵਟ ਡਿਡ ਜਿਮ ਬਾਏ ਫਾਰ ਡੈਲਾ ਐਜ਼ ਏ ਕ੍ਰਿਸਮਸ ਗਿਫਟ। ਕ੍ਰਿਸਮਸ ਗਿਫਟ ਦੇ ਤੌਰ 'ਤੇ ਜਿਮ ਨੇ ਡੈਲਾ ਲਈ ਕੀ ਖਰੀਦਿਆ? ਸੈਟ ਆਫ ਕੌਮਸ। ਕਿਤੇ ਉਸ ਡੈਲਾ ਨੇ ਦੇਖੀਆਂ ਸੀ ਪਰ ਮਹਿੰਗੀਆਂ ਹੋਣ ਕਰਕੇ ਉਹ ਨਹੀਂ ਲੈ ਪਾਏ, ਅਤੇ ਉਹਨੇ ਕ੍ਰਿਸਮਸ ਗਿਫਟ ਦੇ ਤੌਰ 'ਤੇ ਉਹਨੂੰ ਲਈਆਂ, ਕਿਉਂਕਿ ਉਹਦੇ ਵਾਲ ਬਹੁਤ ਸੋਹਣੇ ਸੀ ਅਤੇ ਉਹਦੇ ਲਈ ਵਧੀਆ ਕੰਘੀ ਜਿਹੜੀ ਉਹ ਲੈ ਕੇ ਦੇਣਾ ਚਾਹੁੰਦਾ ਸੀ ਉਹਨੂੰ। ਦ ਮੇਕਿੰਗ ਆਫ ਅਰਥ। ਮੂਨ ਇਜ਼ ਦ ਸੈਟੇਲਾਈਟ ਆਫ ਡੈਸ਼ ਅਰਥ। ਚੰਦਰਮਾ ਧਰਤੀ ਦਾ ਉਪਗ੍ਰਹਿ ਹੈ। ਫਰੋਮ ਵੇਅਰ ਡੂ ਦ ਪਲੈਨਟਸ ਗੈਟ ਲਾਈਟ। ਪਲੈਨਟਸ ਜਿਹੜੇ ਆ, ਗ੍ਰਹਿ, ਉਹ ਕਿੱਥੋਂ ਲਾਈਟ ਲੈਂਦੇ? ਕਿਉਂਕਿ ਗ੍ਰਹਿ ਦੀ ਆਪਣੀ ਲਾਈਟ ਨਹੀਂ ਹੁੰਦੀ। ਉਹ ਲਾਈਟ ਕਿੱਥੋਂ ਲੈਂਦੇ ਆ? ਸਨ ਤੋਂ ਲੈਂਦੇ ਆ, ਸੂਰਜ ਤੋਂ। ਦ ਪਲੈਨਟਸ ਟਵਿੰਕਲ ਐਟ ਨਾਈਟ। ਗਲਤ ਆ। ਕੌਣ ਟਵਿੰਕਲ ਕਰਦਾ ਆ? ਚਮਕਦਾ ਕੌਣ ਆ? ਸਟਾਰ ਚਮਕਦਾ ਆ। ਇਸ ਕਰਕੇ ਸਾਡਾ ਆਨਸਰ ਗਲਤ ਆ। ਆਲ ਦ ਹਾਲੋਜ਼ ਆਫ ਦ ਅਰਥ ਵਰ ਫਿਲਡ ਵਿਦ ਡੈਸ਼ ਵੈਨ ਇਟ ਰੇਨਡ ਹੈਵੀਲੀ। ਜਦੋਂ ਧਰਤੀ ਬਣੀ ਆ, ਸੂਰਜ ਤੋਂ ਇਹਦਾ ਟੁਕੜਾ ਅਲੱਗ ਹੋਇਆ ਆ, ਤਾਂ ਇਹਦੇ ਵਿੱਚ ਬਹੁਤ ਵੱਡੇ ਵੱਡੇ ਟੋਏ ਸੀ। ਤਾਂ ਕਿੱਦਾਂ ਭਰੇ ਗਏ ਆ? ਕਿਉਂਕਿ ਬਹੁਤ ਜ਼ਿਆਦਾ ਗਰਮੀ ਸੀ, ਵੈਪੋਰੇਸ਼ਨ ਹੋਈ ਆ, ਬਾਸ਼ਪੀਕਰਨ ਹੋਇਆ, ਉਹਦੇ ਨਾਲ ਫਿਰ ਬਹੁਤ ਮੀਂਹ ਪਏ, ਉਹਦੇ ਨਾਲ ਹੌਲੀ ਹੌਲੀ ਜਿਹੜੇ ਟੋਏ ਆ ਉਹ ਭਰਨੇ ਸ਼ੁਰੂ ਹੋ ਗਏ। ਤਾਂ ਕਿਹਦੇ ਨਾਲ ਭਰੇ ਆ? ਵਾਟਰ ਦੇ ਨਾਲ। ਹਾਊ ਮੈਨੀ ਈਅਰਸ ਡਿਡ ਦ ਅਰਥ ਟੇਕ ਟੂ ਕੂਲ ਡਾਊਨ। ਕਿੰਨੇ ਸਾਲ ਲੱਗੇ ਧਰਤੀ ਨੂੰ ਠੰਡੀ ਹੋਣ ਨੂੰ? ਕਿਉਂਕਿ ਸੂਰਜ ਦਾ ਹਿੱਸਾ ਸੀ, ਸੂਰਜ ਗਰਮ ਸੀ,
ਤਾਂ ਲੱਖਾਂ ਸਾਲ ਲੱਗ ਗਏ। ਮਿਲੀਅਨਸ, 1 ਮਿਲੀਅਨ ਦੇ ਵਿੱਚ 10 ਲੱਖ ਹੁੰਦੇ ਆ, ਤੇ ਮਿਲੀਅਨਸ ਕਈ ਲੱਖਾਂ ਸਾਲ। ਪਲੈਨਟਸ ਹੈਵ ਨੈਚੁਰਲ ਸੈਟੇਲਾਈਟ, ਟਰੂ। ਜਿਵੇਂ ਚੰਦਰਮਾ ਧਰਤੀ ਦਾ ਸੈਟੇਲਾਈਟ ਆ, ਉਪਗ੍ਰਹਿ, ਇੱਦਾਂ ਹੀ ਸਾਰੇ ਪਲੈਨਟਸ ਦੇ ਕੁਛ ਨਾ ਕੁਛ ਉਪਗ੍ਰਹਿ ਹਨ। ਜਿਵੇਂ ਸੂਰਜ ਦੇ ਦੁਆਲੇ ਧਰਤੀ ਘੁੰਮਦੀ ਹੈ, ਗ੍ਰਹਿ ਘੁੰਮਦੇ ਆ, ਅਤੇ ਗ੍ਰਹਿ ਦੇ ਦੁਆਲੇ ਉਪਗ੍ਰਹਿ ਘੁੰਮਦੇ ਆ। ਪੋਇਮ ਅੱਗੇ, ਕਰੈਕਟਰ ਆਫ ਹੈਪੀ ਮੈਨ। ਇਹ ਹੈਪੀ ਮੈਨ ਐਨਵੀਸ, ਕਿਹਨੂੰ ਈਰਖਾ ਕਰਦਾ? ਹੈਪੀ ਮੈਨ ਕਿਸੇ ਨਾਲ ਨਹੀਂ। ਜਿਹੜਾ ਬੰਦਾ ਖੁਸ਼ ਹੈ ਉਹ ਕਿਸੇ ਨਾਲ ਈਰਖਾ ਨਹੀਂ ਕਰਦਾ। ਖੁਸ਼ ਬੰਦਾ ਉਹੀ ਹੁੰਦਾ ਜੋ ਸਾਰਿਆਂ ਨੂੰ ਖੁਸ਼ ਰੱਖਦਾ ਆ ਅਤੇ ਕਿਸੇ ਨਾਲ ਈਰਖਾ ਨਹੀਂ ਕਰਦਾ। ਤਾਂ ਬਲੈਂਕ ਭਰਨੀ ਸੀ। ਆ ਹੈਪੀ ਮੈਨ ਓਬੇਜ਼ ਦਾ ਰੂਲ ਆਫ ਡੈਸ਼, ਚੰਗਿਆਈ ਦੇ ਰੂਲ, ਗੁੱਡਨੈਸ ਦੇ ਰੂਲ ਨੂੰ ਫੋਲੋ ਕਰਦਾ ਆ, ਸਾਰਿਆਂ ਦਾ ਚੰਗਾ ਕਰਦਾ ਆ, ਤਾਂ ਹੀ ਉਹਦਾ ਚੰਗਾ ਹੁੰਦਾ, ਤਾਂ ਹੀ ਉਹ ਖੁਸ਼ ਹੁੰਦਾ ਆ। ਆ ਹੈਪੀ ਮੈਨ ਇਜ਼ ਅਫਰੇਡ ਆਫ ਡੈਥ, ਜਿਹੜਾ ਹੈਪੀ ਮੈਨ ਹੈ ਉਹ ਮੌਤ ਤੋਂ ਡਰਦਾ ਆ, ਗਲਤ ਹੈ। ਅਗਲੀ ਪੋਇਮ ਹੈ ਡੈਥ ਦਾ ਲੈਵਲਰ। ਅਲਟੀਮੇਟ ਫੇਲਡ ਆਫ ਆਲ ਹਿਊਮਨ ਬੀਇੰਗ ਇਜ਼ ਡੈਥ, ਬਲੈਂਕ ਸੀ, ਕਿਉਂਕਿ ਹਰੇਕ ਇਨਸਾਨ ਨੇ ਆਖਰ ਮਰ ਜਾਣਾ ਆ, ਨਸ਼ਟ ਹੋ ਜਾਣਾ ਆ। ਹੂ ਲਿਵਸ ਆਫਟਰ ਡੈਥ, ਗੁੱਡ ਡੀਜ਼, ਚੰਗੇ ਕੰਮ ਹੀ ਮੌਤ ਤੋਂ ਬਾਅਦ ਰਹਿੰਦੇ ਆ। The glories of blood and states are just shadows, true ਆ। ਜੋ ਅਸੀਂ ਜਿੱਤਾਂ ਪ੍ਰਾਪਤ ਕਰਦੇ ਹਾਂ, ਜੋ ਅਸੀਂ ਪ੍ਰਾਪਤੀਆਂ ਪ੍ਰਾਪਤ ਕਰਦੇ ਹਾਂ, ਜੋ ਸਾਡੇ ਕੋਲ ਬਹੁਤ ਕੁਛ ਹੈਗਾ ਆ, ਇਕੱਠਾ ਕਰਦੇ ਹਾਂ, ਉਹ ਕੀ ਹੈ? ਸਿਰਫ ਸ਼ੈਡੋਜ਼ ਆ, ਪਰਛਾਵੇਂ ਆ। ਉਹ ਤੁਹਾਡੇ ਨਾਲ ਨਹੀਂ ਜਾਂਦੇ। ਨਾਲ ਕੌਣ ਜਾਂਦੇ? ਚੰਗੇ ਕੰਮ ਜਾਂਦੇ ਤੁਹਾਡੇ। ਬੈਲਡ ਆਫ ਸਰ ਪ੍ਰਤਾਪ ਸਿੰਘ। Sir Pratap Singh lived in a dash house, Red Rose House. Sir Pratap Singh's friend was dash soldier, English soldier. एक अंग्रेज सिपाही सी ਉਹਦਾ friend. According to the priest, Pratap Singh lost his caste forever. ਜਦੋਂ ਉਸਨੇ ਉਸਦੀ ਅਰਥੀ ਨੂੰ ਮੋਢਾ ਲਾਇਆ ਤਾਂ ਜਿੰਨੇ ਵੀ ਪ੍ਰੀਸਟ ਸੀਗੇ, ਜੋ ਪੰਡਤ ਸੀਗੇ, ਉਹਨਾਂ ਇਹ ਕਿਹਾ ਵੀ ਤੁਹਾਡੀ ਜਿਹੜੀ ਜਾਤ ਇਹਨੂੰ ਚੱਕਣ ਦੇ ਨਾਲ ਚਲੇ ਗਈ ਹੈ। ਸਹੀ ਹੈ, ਟਰੂ। ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਇਹ ਵੀ ਪੋਇਮ ਹੈ। ਐਵਰੀ ਵਨ ਸ਼ੁੱਡ ਹੈਵ ਰਾਈਟ ਟੂ ਐਜੂਕੇਸ਼ਨ, ਟਰੂ ਹੈ। ਸਾਰਿਆਂ ਨੂੰ ਪੜ੍ਹਾਈ ਦਾ ਅਧਿਕਾਰ ਹੈ, ਐਜੂਕੇਸ਼ਨ ਲੈਣ ਦਾ। ਦਾ ਪੋਇਟ ਪ੍ਰੇਜ਼ ਫਾਰ ਏ ਲੈਂਡ ਵੇਅਰ ਮਾਈਂਡ ਇਜ਼ ਵਿਦਾਊਟ ਫੀਅਰ, ਇੱਥੇ ਮਾਈਂਡ ਆਏਗਾ ਬਲੈਂਕ ਦੇ ਵਿੱਚ। ਟੂ ਹੂਮ ਡਜ਼ ਦਾ ਪੋਇਟ ਪ੍ਰੇ ਇਨ ਦਿਸ ਪੋਇਮ, ਕਿਹਦੇ ਅੱਗੇ ਪ੍ਰਾਰਥਨਾ ਕਰਦਾ ਹੈ? ਪਰਮਾਤਮਾ ਅੱਗੇ, ਗੋਡ ਦੇ ਅੱਗੇ। ਨੈਕਸਟ ਸਪਲੀਮੈਂਟਰੀ ਦੇ ਲੈਸਨ ਨੇ ਕੁਛ। ਬੈਡ ਨੰਬਰ 29, ਪਹਿਲਾ ਲੈਸਨ। ਨਈਮ ਵਾਜ਼ ਇਨ ਦਾ ਹਸਪੀਟਲ ਵੈਨ ਦਾ ਆਥਰ ਰੀਗੇਨਡ ਹਿਸ ਆਈ ਸਾਈਟ। ਨਈਮ ਉਦੋਂ ਹਸਪੀਟਲ ਦੇ ਵਿੱਚ ਸੀ ਜਦੋਂ ਆਥਰ ਨੂੰ ਤੀਸਰੇ ਆਪਰੇਸ਼ਨ ਤੋਂ ਬਾਅਦ ਉਹਦੀਆਂ ਅੱਖਾਂ ਜਿਹੜੀਆਂ ਵਾਪਸ ਆ ਜਾਂਦੀਆਂ, ਰੋਸ਼ਨੀ ਵਾਪਸ ਆ ਜਾਂਦੀ, ਦਿਖਣ ਲੱਗ ਪੈਂਦਾ। ਗਲਤ ਹੈ, ਉਹ ਚਲੇ ਜਾਂਦਾ, ਇਸ ਕਰਕੇ ਫਾਲਸ ਆ। ਹੂ ਡਿਡ ਦਾ ਆਥਰ ਮੀਟ ਇਨ ਦਾ ਹਸਪੀਟਲ ਵਾਰਡ, ਕਿਹਨੂੰ ਮਿਲਦਾ ਹਸਪੀਟਲ ਵਾਰਡ ਦੇ ਵਿੱਚ? ਆਥਰ। ਆਥਰ ਕੌਣ ਆ? ਲਿਖਣ ਵਾਲਾ, ਜਿਹਨੇ ਉਹ ਲੈਸਨ ਲਿਖਿਆ ਉਹਨੂੰ ਅਸੀਂ ਆਥਰ ਕਹਿੰਦੇ ਹਾਂ। ਨਈਮ ਨੂੰ ਮਿਲਦਾ ਆ। ਦਾ ਆਥਰ ਰੀਗੇਨਡ ਹਿਸ ਆਈ ਸਾਈਟ ਆਫਟਰ ਦਾ, ਕਿੰਨਵੇਂ ਆਪਰੇਸ਼ਨ ਤੋਂ ਬਾਅਦ? ਤੀਜੇ ਆਪਰੇਸ਼ਨ ਤੋਂ ਬਾਅਦ। ਥਰਡ ਆਪਰੇਸ਼ਨ ਬਲੈਂਕ ਦੇ ਵਿੱਚ ਭਰਨਾ ਸੀ ਅਸੀਂ। ਦਾ ਆਥਰ ਵਾਸ ਡੈਸ਼ ਬਿਫੋਰ ਹੀ ਲੋਸਟ ਹਿਸ ਆਈ ਸਾਈਟ, ਉਹ ਉਸ ਤੋਂ ਆਪਣੀ ਅੱਖਾਂ ਦੀ ਰੋਸ਼ਨੀ ਗਵਾਉਣ ਤੋਂ ਪਹਿਲਾਂ ਕੀ ਸੀਗਾ? ਪੇਂਟਰ ਸੀ, ਪੇਂਟਿੰਗ ਕਰਦਾ ਸੀ। ਦਾ ਆਥਰ ਨਿਊ ਦੈਟ ਨੇਮ ਵਾਜ਼ ਆਲਸੋ ਬਲਾਈਂਡ, ਆਥਰ ਨੂੰ ਪਤਾ ਸੀ ਵੀ ਨੇਮ ਵੀ ਅੰਨਾ ਸੀ? ਨਹੀਂ ਪਤਾ ਸੀ, ਫਾਲਸ। ਨੇਮ ਵਾਜ਼ ਦਾ ਆਥਰ ਟੂ ਰੀਸਟਾਰਟ ਪੇਂਟਿੰਗ, ਉਹਨੇ ਉਸ ਨੂੰ ਦੁਬਾਰਾ ਪੇਂਟਿੰਗ ਕਰਨ ਲਈ ਮਨਾਇਆ। ਕਿਹਨੂੰ? ਨਈਮ ਨੇ ਆਥਰ ਨੂੰ, ਕਿਉਂਕਿ ਆਥਰ ਕੋਲ ਪੈਸੇ ਮੁੱਕ ਗਏ ਸੀ। ਜੇ ਉਹ ਨਾ ਮਨਾਉਂਦਾ ਤਾਂ ਉਹਨੇ ਚੱਲ ਜਾਣਾ ਸੀ ਅਤੇ ਅੰਨਾ ਹੀ ਰਹਿਣਾ ਸੀਗਾ। ਉਹਨੇ ਉਹਦੀ ਅੱਖਾਂ ਨੂੰ ਠੀਕ ਕਰਨ ਦੇ ਲਈ, ਤੀਜੇ ਆਪਰੇਸ਼ਨ ਦੇ ਲਈ ਪੈਸੇ ਇਕੱਠੇ ਕਰਨ ਲਈ ਉਹਨੂੰ ਪੇਂਟਿੰਗ ਕਰਨ ਦੇ ਲਈ ਮਨਾਇਆ। ਹਾਫ ਏ ਰੁਪੀਜ਼ ਵਰਥ। ਸੁਬੀਆ ਵਾਜ਼ ਏ ਰਾਈਸ ਮਰਚੈਂਟ, ਟਰੂ ਹੈ। ਸੁਬੀਆ ਹੈਡ 5 ਚਿਲਡਰਨਸ, ਬਲੈਂਕ ਦੇ ਵਿੱਚ 5 ਪਾਉਣਾ। ਸੁਬੀਆਜ਼ ਪ੍ਰੋਫਿਟ ਡੈਸ਼ ਡਿਊਰਿੰਗ ਦਾ ਵਾਰ, ਉਹਦੇ ਜਿਹੜੇ ਲਾਭ ਸੀਗੇ ਲੜਾਈ ਦੇ ਦੌਰਾਨ ਜਿਹੜੇ ਆ ਬਹੁਤ ਵੱਧ ਗਏ, ਇੰਕਰੀਜ਼, ਕਿਉਂਕਿ ਯੁੱਧ ਦੇ ਦੌਰਾਨ ਸਮਾਨ ਘੱਟ ਗਿਆ ਅਤੇ ਉਹ ਸਟਾਕ ਕਰਕੇ ਰੱਖਣ ਲੱਗ ਪਿਆ ਅਤੇ ਰੇਟ ਵਧਾ ਦਿੱਤੇ ਉਹਨੇ। ਵੇਅਰ ਡਿਡ ਸੁਬੀਆਜ਼ ਫਾਦਰ ਟੇਕ ਦਾ ਮੈਨ, ਉਹ ਜਿਹੜਾ ਬੰਦਾ ਉਹਦੇ ਕੋਲ ਚੌਲ ਲੈਣਾ ਸੀ ਉਹਨੂੰ ਕਿੱਥੇ ਲੈ ਕੇ ਗਿਆ? ਆਪਣੇ ਗੋਡਾਊਨ ਦੇ ਵਿੱਚੋਂ। ਸੁਬੀਆ ਡਾਈਡ ਇਨ ਅ ਰੋਡ ਐਕਸੀਡੈਂਟ, ਨਹੀਂ।
ਬੋਰੀਆਂ ਦੇ ਥੱਲੇ ਆ ਕੇ ਦੱਬ ਕੇ ਮਰ ਜਾਂਦਾ। ਸੁਬੀਆ ਵਾਜ਼ ਬਰੀਡ ਅੰਡਰ ਦ ਬੈਗਸ ਐਂਡ ਡਾਈਡ। ਟਰੂ। $1000 ਰੋਬਰਟ lost his money on races। ਰੋਬਰਟ ਗਿਲੀਅਨ ਨੇ ਜੋ ਪੈਸੇ ਉਹਨੂੰ ਉਹਦੇ ਅੰਕਲ ਤੋਂ ਮਿਲੇ ਸੀ ਉਹਨੇ ਰੇਸ ਦੇ ਵਿੱਚ ਘੋੜ ਦੌੜ ਦੇ ਵਿੱਚ ਗਵਾ ਦਿੱਤੇ। ਨਹੀਂ, ਉਹ ਪੈਸੇ ਉਹਨੇ ਕਿਹਨੂੰ ਦਿੱਤੇ ਸੀ? ਮਿਸ ਹੇਡਨ ਨੂੰ। ਟੂ ਹੂਮ ਡਿਡ ਬੌਬੀ ਗਿਲੀਅਨ ਗਿਵ $1000? ਕਿਹਨੂੰ ਦਿੱਤੇ ਆ? ਚਾਰਾਂ ਆਪਸ਼ਨਾਂ ਤੋਂ ਆਪਸ਼ਨ ਹੈਗਾ ਮਿਸ ਹੇਡਨ ਨੂੰ, ਕਿਉਂਕਿ ਉਹ ਹਿਸਾਬ ਕਿਤਾਬ ਨਹੀਂ ਰੱਖਣਾ ਚਾਹੁੰਦਾ ਸੀ ਲੰਬਾ ਚੌੜਾ। ਉਹਨੇ ਇੱਕ ਵਾਰ 'ਚ ਉਹਨੂੰ ਪੈਸੇ ਦੇ ਕੇ ਤੇ ਕੰਮ ਖਤਮ ਕਰ ਦਿੱਤਾ। ਰੋਬਰਟ ਗਿਲੀਅਨ ਆਫਰਡ ਏ ਡੈਸ਼ ਪੈਂਡੈਂਟ ਟੂ ਮਿਸ ਲੋਟਾ ਲੋਇਰ। ਡਾਇਮੰਡ ਪੈਂਡੈਂਟ। ਮਿਸ ਲੋਟਾ ਲੋਇਰ ਐਕਟਰੈਸ ਸੀ, ਉਹਨੂੰ ਉਹਨੇ ਡਾਇਮੰਡ ਪੈਂਡੈਂਟ ਦੀ ਆਫਰ ਦਿੱਤੀ। ਉਹਨੇ ਕਿਹਾ ਵੀ ਮੇਰੇ ਕੋਲ ਪੈਸੇ ਹੈਗੇ, ਮੈਂ ਤੈਨੂੰ ਲੈ ਕੇ ਦੇ ਸਕਦਾ ਹਾਂ। ਰੋਬਰਟ ਗਿਲੀਅਨ ਰਿਸੀਵਡ $1 million ਫਰੋਮ ਹਿਜ਼ ਅੰਕਲਸ ਵਿਲਸ। ਨਹੀਂ, ਉਹਨੂੰ ਸਿਰਫ $1000 ਮਿਲੇ ਸੀ, ਸੋ ਇਹ ਫਾਲਸ ਹੈ। ਦ ਬਲਾਈਂਡ ਮੈਨ ਵਾਜ਼ ਸੈਲਿੰਗ ਡੈਸ਼ ਔਨ ਦ ਵਾਕ ਸਾਈਡ। ਫੁੱਟਪਾਥ ਦੇ ਉੱਤੇ ਅੰਨਾ ਵਿਅਕਤੀ ਕੀ ਵੇਚ ਰਿਹਾ ਸੀ? ਪੈਨਸਲਸ ਵੇਚ ਰਿਹਾ ਸੀ। ਹੂ ਵਾਜ਼ ਮਿਸ ਲੋਟਾ ਲੋਇਰ? ਕੌਣ ਸੀ ਉਹ? ਐਕਟਰੈਸ ਸੀ। ਦ ਡਾਇੰਗ ਡਿਟੈਕਟਿਵ। ਵਟ ਵਾਜ਼ ਵਾਟਸਨ ਬਾਈ ਪ੍ਰੋਫੈਸ਼ਨ? ਵਾਟਸਨ ਕੌਣ ਸੀ? ਕੀ ਕੰਮ ਕਰਦਾ ਸੀ? ਡਾਕਟਰ ਸੀ। ਹੋਮਸ ਗੋਟ ਦ ਇਲਨੈਸ ਫਰੋਮ? ਕਿੱਥੋਂ ਮਿਲੀ? ਚਾਈਨੀਜ਼ ਸੇਲਰ ਤੋਂ। ਕਿਤੇ ਗਿਆ ਸੀਗਾ ਸੇਲਰਸ, ਕਿਸੇ ਜਹਾਜ਼ ਦੇ, ਉੱਥੋਂ ਉਹਨੂੰ ਉਹ ਬਿਮਾਰੀ ਲੱਗੀ। ਸਮਿਥ ਸੈਂਟ ਹੋਮਸ ਐਨ ਇਨਫੈਕਟਿਡ ਸ਼ਾਰਪ ਸਪਰਿੰਗ ਇਨ ਡੈਸ਼। ਉਹਨੇ ਇੱਕ ਸਪਰਿੰਗ ਭੇਜਿਆ ਸੀਗਾ ਇੱਕ ਡੱਬੇ ਦੇ ਵਿੱਚ, ਜਿਹਨੂੰ ਜਦੋਂ ਜੇਕਰ ਉਹਨੂੰ ਖੋਲ੍ਹੋ ਤਾਂ ਉਹ ਇੱਕਦਮ ਬਾਹਰ ਆਉਂਦਾ ਸੀ ਅਤੇ ਹੱਥ 'ਤੇ ਵੱਜਦਾ ਸੀ। ਉਹਦੇ ਉੱਤੇ ਉਹਨੇ ਜ਼ਹਿਰ ਜਾਂ ਕੁਛ ਇੱਦਾਂ ਦੀ ਚੀਜ਼ ਲਾਈ ਸੀ ਜਿਹਦੇ ਨਾਲ ਬਿਮਾਰੀ ਫੈਲ ਜਾਂਦੀ ਸੀ। ਆਈਵਰੀ ਬਾਕਸ, ਹਾਥੀ ਦੇ ਦੰਦਾਂ ਦਾ ਬਣਿਆ ਹੋਇਆ ਬਾਕਸ ਸੀ ਜਿਹਦੇ ਵਿੱਚ ਉਹ ਸਪਰਿੰਗ ਸੀ। ਵਿਕਟਰ ਸਮਿਥ ਕਿਲਡ ਕਲਵਰਟਨ ਸਮਿਥ। ਫਾਲਸ ਆ। ਕਲਵਰਟਨ ਸਮਿਥ ਨੇ ਵਿਕਟਰ ਸਮਿਥ ਨੂੰ ਮਾਰਿਆ ਸੀ। ਹੋਮਸ ਡਿਡ ਨਾਟ ਵਾਂਟ ਵਾਟਸਨ ਟੂ ਟੱਚ ਹਿਸ ਥਿੰਗਸ। ਸਹੀ ਸੀ, ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿਸੇ ਚੀਜ਼ ਨੂੰ ਛੇੜੇ, ਕਿਉਂਕਿ ਇਨਫੈਕਟਿਡ ਸਪਰਿੰਗ ਵੀ ਉੱਥੇ ਪਿਆ ਹੋਇਆ ਸੀ। ਹੂ ਚਾਰਜਡ ਵਿਦ ਦ ਮਰਡਰ ਆਫ ਹਿਜ਼ ਨੈਫਿਊ। ਕਿੰਨੇ ਆਪਣੇ ਭਤੀਜੇ ਨੂੰ ਮਾਰਿਆ ਸੀ? ਵਿਕਟਰ ਨੇ, ਕਲਵਰਟਨ ਸਮਿਥ ਨੇ। ਸੋ ਬੱਚਿਓ, ਇਹ ਲੈਸਨਸ ਅਤੇ ਪੋਇਮਸ ਸੀ ਜਿਨ੍ਹਾਂ ਦੇ ਵਿੱਚੋਂ ਕੁਐਸਚਨਸ ਸਾਨੂੰ ਜਿਹੜੇ ਆ ਆਉਣੇ ਆ, ਅਤੇ ਤੁਸੀਂ ਜੇਕਰ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਓਗੇ ਤਾਂ 10 ਨੰਬਰ ਜਿਹੜੇ ਆ ਤੁਸੀਂ ਬੜੇ ਈਜ਼ੀਲੀ ਆਪਣੇ ਪੇਪਰ ਦੇ ਵਿੱਚ ਲੈ ਸਕਦੇ ਹੋ। ਧੰਨਵਾਦ।